ਭਾਈ ਗੁਰਦਾਸ ਸਾਹਿਬ ਚੱਲ ਰਹੀ ਪਾਵਨ ਲੜੀਵਾਰ ਉਹਨਾਂ ਦੀ ਰਚਨਾਵਲੀ ਦੀ ਵਿਚਾਰ ਦੁਆਰਾ ਅੱਜ ਬਖਸ਼ਿਸ਼ ਕਰਦੇ ਨੇ ਕਿ ਕਈ ਵਾਰ ਮਨੁੱਖ ਦੇ ਮਨ ਦਾ ਇਹ ਖਿਆਲ ਹੁੰਦਾ ਹੈ, ਇਹ ਵਿਚਾਰ ਹੁੰਦਾ ਹੈ, ਮੈਂ ਪਾਪ ਬੜੇ ਕੀਤੇ ਨੇ, ਬੜੇ ਮਾੜੇ ਕਰਮ ਕੀਤੇ ਨੇ, ਮੈਂ ਕਿਵੇਂ ਬਖਸ਼ਿਆ ਜਾਵਾਂਗਾ, ਮੇਰਾ ਪਾਰ ਉਤਾਰਾ ਕਿਵੇਂ ਹੋਵੇਗਾ। ਕਈ ਵਾਰ ਗੱਲਬਾਤ ਕਰੀਏ ਸੰਸਾਰ ਵਿੱਚੋਂ ਜਵਾਬ ਮਿਲਦਾ ਜੀ ਅਸੀਂ ਬਹੁਤ ਪਾਪੀ, ਅਸੀਂ ਕਿਵੇਂ ਮਹਾਰਾਜ ਕੋਲ ਚੱਲ ਕੇ ਜਾਈਏ। ਭਾਈ ਗੁਰਦਾਸ ਸਾਹਿਬ ਅੱਜ ਉਹ ਦੱਸ ਰਹੇ ਨੇ ਮਾੜਾਪਨ ਹੋਣ ਦੇ ਨਾਲ, ਔਗਣ ਹੋਣ ਦੇ ਨਾਲ ਜੇ ਕੋਈ ਗੁਰੂ ਕੋਲ ਚੱਲ ਕੇ ਆ ਜਾਵੇ, ਗੁਰੂ ਉਹਦੇ ਔਗਣ ਨਹੀਂ ਦੇਖਦਾ, ਗੁਰੂ ਇਹ ਦੇਖਦਾ ਹੈ ਮੇਰੇ ਕੋਲ ਆਇਆ ਹੈ, ਉਹਦੇ ਸਾਰੇ ਔਗਣਾਂ ਨੂੰ ਧੋ ਦਿੰਦਾ ਹੈ, ਉਹਦੇ ਸਾਰੇ ਅਵਗੁਣਾਂ ਨੂੰ ਖੋਹ ਦਿੰਦਾ ਹੈ, ਨਾਸ਼ ਕਰ ਦਿੰਦਾ ਹੈ, ਉਸ ਨੂੰ ਪਾਵਨ ਪਵਿੱਤਰ ਕਰਕੇ ਪ੍ਰਵਾਨਿਤ ਕਰ ਲੈਂਦਾ ਹੈ। ਇਹ ਢੰਗ ਅੱਜ ਭਾਈ ਗੁਰਦਾਸ ਸਾਹਿਬ ਦੱਸ ਰਹੇ, ਕਹਿੰਦੇ ਜੈਸੇ ਤੋ ਪਲਾਸ ਪੱਤਰ ਨਾਗ ਬੇਲ ਮੇਲ ਭਏ। ਭਾਈ ਗੁਰਦਾਸ ਸਾਹਿਬ ਕਹਿੰਦੇ ਜਿਵੇਂ ਪਲਾਹ ਦਾ ਦਰਖਤ ਹੋਵੇ, ਸ਼ਿਸ਼ਰੇ ਦਾ ਦਰਖਤ ਹੋਵੇ, ਉਸ ਦੇ ਨਾਲ ਨਾਗ ਬੇਲ ਕਹਿੰਦੇ ਨੇ ਬਈ ਪਾਨ ਆਦਿ ਦੇ ਪੱਤੇ ਜਿਹੜੇ ਮਿਲ ਕਰਕੇ ਤੇ ਉਹਦੇ ਨਾਲ ਮਿਲ ਜਾਣ, ਨਾਗ ਬੇਲ ਦੇ ਨਾਲ ਸ਼ਿਸ਼ਰੇ ਦੇ ਦਰਖਤ ਦੇ ਪੱਤੇ ਜਾਂ ਸ਼ਿਸ਼ਰੇ ਦੇ ਦਰਖਤ ਦੇ ਪੱਤਿਆਂ ਨਾਲ ਇਹ ਪਾਨ ਆਦਿ ਦੇ ਪੱਤੇ ਮਿਲ ਜਾਵਨ। ਕਹਿੰਦੇ ਪਹੁੰਚਤ ਕਰ ਨਰਪਤ ਜਗ ਜਾਨੀਏ, ਨਰਪਤ ਨਰਾਂ ਦਾ ਪਤੀ ਮਾਲਕ ਰਾਜਾ। ਭਾਈ ਗੁਰਦਾਸ ਸਾਹਿਬ ਕਹਿੰਦੇ ਉਹ ਰਾਜੇ ਦੇ ਹੱਥਾਂ ਵਿੱਚ ਪਹੁੰਚ ਜਾਂਦੇ ਸ਼ਿਸ਼ਰੇ ਦੇ ਦਰਖਤ ਦੇ ਪੱਤੇ। ਕਿਉਂ ਭਾਈ ਸਾਹਿਬ ਇੱਥੇ ਕੇਵਲ ਮਾੜੀ ਚੀਜ਼ ਦਾ ਉੱਚੀ ਜਗ੍ਹਾ ਤੇ ਜਾਣਾ, ਨਾ ਕਿ ਇਹਦਾ ਇਸਤੇਮਾਲ ਕਰਨ ਨੂੰ ਕਹਿ ਰਹੇ ਨੇ। ਇਹ ਨਾ ਸਮਝਣਾ ਕਿ ਭਾਈ ਸਾਹਿਬ ਨੇ ਪ੍ਰਮਾਣ ਦਿੱਤਾ ਤੇ ਅਸੀਂ ਉਹਨੂੰ ਇਸਤੇਮਾਲ ਕਰਨ ਲੱਗ ਪਈਏ, ਜੀਵਨ ਵਿੱਚ ਲਾਗੂ ਕਰ ਲਈਏ। ਨਹੀਂ, ਉਹ ਦੱਸਦੇ ਵੀ ਜਿਵੇਂ ਇਹ ਵਸਤੂ ਹੈ ਨੀਵੀਆਂ ਮਿਲ ਕੇ ਔਰ ਰਾਜੇ ਦੇ ਹੱਥ ਵਿੱਚ ਇਹ ਪਹੁੰਚ ਜਾਂਦੀਆਂ, ਜਗਤ ਵਿੱਚ ਜਾਣਿਆ ਜਾਂਦਾ ਹੈ ਵੀ ਰਾਜੇ ਦੇ ਹੱਥ ਵਿੱਚ, ਕਿਉਂਕਿ ਉਹ ਰਾਜਾ ਪਾਨ ਆਦਿ ਖਾਣ ਵਾਲਾ ਸੀ, ਉਹ ਸ਼ਿਸ਼ਰੇ ਦਾ ਦਰਖਤ ਦੇ ਨਾਲ ਮਿਲ ਕੇ ਉੱਥੋਂ ਤੱਕ ਪਹੁੰਚ ਹੋ ਗਈ ਉਹਦੀ। ਖਾਣ ਨੂੰ ਨਹੀਂ ਕਿਹਾ। ਭਾਈ ਸਾਹਿਬ ਸਮਝਾਉਂਦੇ ਨੇ ਬਈ ਜਿਵੇਂ ਨੀਵੀਆਂ ਚੀਜ਼ਾਂ ਇੱਕ ਰਾਜੇ ਤੱਕ ਉਹਨਾਂ ਦੀ ਪਹੁੰਚ ਹੋ ਗਈ, ਹੈ ਤਾਂ ਮਾੜੀਆਂ ਸੀ। ਭਾਈ ਸਾਹਿਬ ਦੂਜਾ ਪ੍ਰਮਾਣ ਦਿੰਦੇ ਜੈਸੇ ਤੋ ਕੁਚੀਲਾ ਨੀਲ ਬਰਨ ਬਰਨ ਵਿਖੈ। ਭਾਈ ਗੁਰਦਾਸ ਸਾਹਿਬ ਕਹਿੰਦੇ ਬਈ ਜਿਵੇਂ ਬਹੁਤ ਹੀ ਮੈਲਾ ਮੰਨਿਆ ਗਿਆ ਹੈ ਔਰ ਜਿਹੜਾ ਨੀਲ ਬਰਨ ਬਰਨ ਵਿਖੈ, ਰੰਗਾਂ ਵਿੱਚੋਂ ਨੀਲਾ ਰੰਗ, ਕਹਿੰਦੇ ਬਈ ਇਹਨੂੰ ਮੈਲਾ ਕਰਕੇ ਮੰਨਿਆ ਹੋਇਆ। ਔਰ ਭਾਈ ਗੁਰਦਾਸ ਸਾਹਿਬ ਕਹਿੰਦੇ ਇਸੇ ਨੀਲੇ ਰੰਗ ਦੀ ਟਾਕੀ ਕੱਪੜਾ ਲੈ ਕੇ ਤੇ ਭਾਈ ਸਾਹਿਬ ਕਹਿੰਦੇ ਹੀਰ ਚੀਰ ਸੰਗ ਨਿਰ ਦੁਖ ਉਨ ਮਾਨੀਏ। ਭਾਈ ਗੁਰਦਾਸ ਸਾਹਿਬ ਕਹਿੰਦੇ ਨੀਲੇ ਰੰਗ ਦਾ ਕੱਪੜਾ ਲੈ ਕੇ ਜਿਨ੍ਹਾਂ ਨੂੰ ਜਿਹਦੇ ਲਈ ਮਾੜਾ ਨਜ਼ਰੀਆ ਸੀ ਨਾ, ਤੇ ਉਹਦੇ ਵਿੱਚ ਹੀਰਾ ਬੰਨ੍ਹ ਦਿੱਤਾ ਜਾਵੇ, ਹੀਰਾ। ਭਾਈ ਗੁਰਦਾਸ ਸਾਹਿਬ ਕਹਿੰਦੇ ਕੋਈ ਉਸ ਨੀਲੇ ਕੱਪੜੇ ਨੂੰ ਨਹੀਂ ਦੇਖਦਾ, ਹੀਰੇ ਨੂੰ ਦੇਖਦਾ। ਤੇ ਜਿੱਥੇ ਹੀਰੇ ਦੀ ਸੰਭਾਲ ਕਰਦਾ ਨਾਲ ਉਹ ਕੱਪੜਾ ਵੀ ਸੰਭਾਲਿਆ ਜਾਂਦਾ 7 ਜਿੰਦਿਆਂ ਦੇ ਅੰਦਰ। ਉਹ ਪ੍ਰਵਾਨਿਤ ਹੋ ਗਿਆ ਉਹਦੇ ਨਾਲ। ਕਾਹਦੇ ਨਾਲ? ਹੀਰੇ ਦੇ ਨਾਲ ਉਹਦੀ ਪ੍ਰਵਾਨਤਾ ਹੋ ਜਾਣਾ ਕੀਤੀ। ਭਾਈ ਗੁਰਦਾਸ ਸਾਹਿਬ ਤੀਜਾ ਪ੍ਰਮਾਣ ਦਿੰਦੇ, ਕਹਿੰਦੇ ਸਾਲ ਗ੍ਰਾਮ ਸੇਵਾ ਸਮੇਂ ਮਹਾ ਅਪਵਿੱਤਰ ਸੰਖ। ਜਿਹੜੇ ਦੇਵਾਲਿਆਂ 'ਚ ਪੂਜਾ ਕਰਦੇ ਔਰ ਮੂਰਤੀ ਆਦਿ ਦੀ ਪੂਜਾ ਕਰਦੇ ਜਾਂ ਜਗ ਕਰਦੇ ਨੇ,
ਕਹਿੰਦੇ ਬਈ ਦੇਖੋ ਇਹਨਾਂ ਜਗਾਵਾਂ ਤੇ ਜਿਹੜੀ ਵਰਤੀ ਜਾਣ ਵਾਲੀ ਚੀਜ਼ ਏ ਪੂਜਾ ਸਮੇਂ ਤੇ ਜਗ ਸਮੇਂ, ਉਹ ਕੀ ਏ? ਸੰਖ। ਭਾਈ ਗੁਰਦਾਸ ਸਾਹਿਬ ਕਹਿੰਦੇ ਔਰ ਸੰਖ ਜਿਹੜਾ ਮਹਾ ਅਪਵਿੱਤਰ ਹੈ। ਕਿਉਂ? ਇਸ ਸਮੁੰਦਰ ਦੇ ਵਿੱਚ ਹੁੰਦਾ ਇੱਕ ਕੀੜੇ ਦਾ, ਇੱਕ ਜੀਵ ਦਾ ਖੋਲ ਹੁੰਦਾ ਹੈ। ਇਹਦੇ ਵਿੱਚ ਜੀਵ ਪਲ ਰਿਹਾ ਹੁੰਦਾ, ਉਹ ਇਹਦੇ ਵਿੱਚੋਂ ਨਿਕਲ ਜਾਂਦਾ ਹੈ, ਇਹ ਸਖਣਾ ਰਹਿ ਜਾਂਦਾ, ਸਖਣਾ। ਤੇ ਫਿਰ ਸਖਣਾ ਬਾਹਰ ਆਉਂਦਾ ਤੇ ਉਹ ਲਿਆ ਕੇ ਕਿਤੇ ਮੰਦਰਾਂ ਦੇ ਵਿੱਚ ਔਰ ਪੂਜਾ ਵੇਲੇ ਜਾਂ ਇਹਦੇ ਆਪਣਾ ਜਗ ਸੰਪੂਰਨ ਹੁੰਦੇ, ਜਗ ਕੀਤੇ ਜਾਂਦੇ, ਉਦੋਂ ਇਹਦੀ ਆਵਾਜ਼ ਬਹੁਤ ਦੂਰ ਤੱਕ ਜਾਂਦੀ ਕਰਕੇ। ਤੇ ਕਿਤੇ ਕਿਤੇ ਮੈਂ ਦੇਖਿਆ ਗੁਰਦੁਆਰਿਆਂ 'ਚ ਵੀ ਵੱਜੇ, ਔਰ ਉਹਦੀ ਆਵਾਜ਼ ਤੋਂ ਭਾਵ ਕਹਿੰਦੇ ਉਹ ਹੈ ਤਾਂ ਇੱਕ ਕੀੜੇ ਦਾ ਖੋਲ, ਇੱਕ ਜੀਵ ਦਾ ਖੋਲ ਹੈ, ਤਾਂ ਉਹ ਅਪਵਿੱਤਰ। ਭਾਈ ਗੁਰਦਾਸ ਸਾਹਿਬ ਕਹਿੰਦੇ ਪਰਮ ਪਵਿੱਤਰ ਜਗ ਭੋਗ ਵੇਖੈ ਆਨੀਐ। ਕਹਿੰਦੇ ਉਹ ਵੀ ਪ੍ਰਵਾਨਿਤ ਹੋ ਗਿਆ, ਦੇਵਤਿਆਂ ਨੂੰ ਭੋਗ ਲੱਗ ਗਿਆ, ਉਦੋਂ ਵੱਜਿਆ। ਤੇ ਜਦੋਂ ਕਿਤੇ ਜਗ ਕਿਸੇ ਆਦ ਕੀਤਾ ਉਦੋਂ ਸ਼ੰਖ ਵੱਜਿਆ। ਕਹਿੰਦੇ ਹੈ ਤਾਂ ਹੁਣ ਅਪਵਿੱਤਰ ਸੀ, ਇੱਧਰ ਪਵਿੱਤਰ ਹੋ ਗਿਆ ਇਸ ਜਗ੍ਹਾ ਤੇ ਆ ਕੇ। ਹੈ ਤਾਂ ਮਾੜਾ ਸੀ, ਚੰਗਾ ਬਣ ਗਿਆ ਚੰਗੀ ਜਗ੍ਹਾ ਤੇ ਆ ਕੇ। ਨਹੀਂ ਤੇ ਜਿਹੜਾ ਹੈ ਸ਼ੰਖ ਸਮੁੰਦੋਂ ਸਖਣਾ, ਸਮੁੰਦਰ ਵਿੱਚੋਂ ਸਖਣਾ ਨਿਕਲਿਆ। ਤੇ ਔਰ ਉਹ ਜਿਹੜਾ ਕੂਕਾਂ ਮਾਰਦਾ, ਔਰ ਉਹਨੂੰ ਬਾਣੀ ਅੰਦਰ ਮਹਾਰਾਜ ਕਹਿੰਦੇ ਦੇਵਲ ਦੇਵਲ ਤਾਹੜੀ, ਦੇਵਾਲਿਆਂ ਤੇ ਤਾਹਾਂ ਮਾਰਦਾ ਫਿਰਦਾ ਸਖਣਾ ਹੋਣ ਕਰਕੇ। ਰਹੋ ਰੇ ਸੰਖ ਮਜੂਰ, ਔਰ ਕਹਿੰਦੇ ਤੂੰ ਉਹਦੇ ਵਿੱਚ ਹੀ ਰਹਿ, ਬਾਹਰ ਨਾ ਨਿਕਲ, ਬਾਹਰ ਨਿਕਲੇਗਾ ਤੇ ਤਾਹਾਂ ਵੱਜਣ ਗਈਆਂ ਹੀ। ਖੈਰ ਭਾਈ ਸਾਹਿਬ ਕਹਿੰਦੇ ਉਹ ਸੰਖ ਦੇਵ ਆਲਿਆਂ 'ਚ ਵੱਜਿਆ, ਜਿਹਦੇ ਵਿੱਚੋਂ ਇੱਕ ਜੀਵ ਨਿਕਲਦਾ ਸੀ ਤੇ ਉਹ ਜੀਵ ਦਾ ਖੋਲ ਸੀਗਾ। ਭਾਈ ਗੁਰਦਾਸ ਸਾਹਿਬ ਕਹਿੰਦੇ ਐਸਾ ਹੋਇਆ, ਚੌਥਾ ਪ੍ਰਮਾਣ ਦਿੰਦੇ ਨੇ। ਕਹਿੰਦੇ ਤੈਸੇ, ਜਿਵੇਂ ਉੱਪਰਲੇ 3 ਪ੍ਰਮਾਣ ਦਿੱਤੇ, ਉਸੇ ਤਰ੍ਹਾਂ ਜਿਵੇਂ ਪਲਾਹ ਦਾ ਸ਼ਿਸ਼ਰੇ ਦੇ ਦਰਖਤ ਦੇ ਪੱਤਿਆਂ ਨਾਲ ਪਾਨ ਦੇ ਪੱਤੇ ਮਿਲ ਕੇ ਰਾਜੇ ਤੱਕ ਪਹੁੰਚ ਗਏ। ਨੀਲੇ ਕੱਪੜੇ ਦੇ ਵਿੱਚ ਹੀਰਾ ਲਪੇਟਿਆ, ਉਹ ਪ੍ਰਵਾਨਿਤ ਹੋ ਗਿਆ। ਕਹਿੰਦੇ ਉਹ ਸ਼ੰਖ ਜੱਗ ਵਿੱਚ ਦੇਵ ਪੂਜਾ ਤੇ ਆਇਆ ਤੇ ਉਹ ਪ੍ਰਵਾਨਿਤ ਹੋ ਗਿਆ, ਹੈ ਭਾਵੇਂ ਨੀਵੇਂ ਸੀ। ਕਹਿੰਦੇ ਤੈਸੇ ਮਮ ਕਾਗ ਸਾਧ ਸੰਗਤ ਮਰਾਲ ਮਾਲ। ਭਾਈ ਗੁਰਦਾਸ ਸਾਹਿਬ ਆਪਣੇ ਜੀਵਾਂ ਨੂੰ ਸਮਝਾਉਂਦੇ ਆ, ਉੱਤਮ ਭਗਤੀ ਦੁਆਰਾ ਆਪਣੇ ਆਪ ਤੇ ਗੱਲ ਲੈਂਦੇ ਨੇ। ਭਾਈ ਗੁਰਦਾਸ ਸਾਹਿਬ ਕਹਿੰਦੇ ਇਸੇ ਤਰ੍ਹਾਂ ਜਿਵੇਂ ਉਹ ਦੂਜੇ ਦਾ ਸੰਗ ਕਰਕੇ, ਕੱਪੜਾ ਹੀਰੇ ਦਾ ਸੰਗ ਕਰਕੇ ਤਰ ਗਿਆ, ਸ਼ਿਸ਼ਰਾ ਪਾਨ ਦਾ ਸੰਗ ਕਰਕੇ ਤਰ ਗਿਆ, ਸ਼ੰਖ ਜਿਹੜਾ ਸੀ ਦੇਵਿਆਲੇ ਆ ਕੇ ਉਹ ਜਗ ਦਾ ਪੂਜਾ ਦਾ ਸੰਗ ਕਰਕੇ ਪ੍ਰਵਾਨਿਤ ਹੋ ਗਿਆ। ਹੈ ਤਾਂ ਉਹ ਘਿਰਨਾਯੋਗ ਚੀਜ਼ਾਂ ਸੀ, ਮਾੜੀਆਂ ਮੰਨੀਆਂ ਹੋਈਆਂ ਸਨ ਉਸ ਵੇਲੇ ਜਗਤ ਦੇ ਵਿੱਚ। ਭਾਈ ਗੁਰਦਾਸ ਸਾਹਿਬ ਕਹਿੰਦੇ ਤੈਸੇ ਉਸੇ ਤਰ੍ਹਾਂ ਮਮ ਮੈਂ ਔਰ ਕਾਗ, ਮੇਰਾ ਜੀਵਨ ਕਾਉ ਵਰਗਾ, ਇਹੋ ਜਿਹਾ ਜੀਵਨ ਸੀ ਮੇਰਾ ਕਾਉ ਵਰਗਾ। ਕਹਿੰਦੇ ਪਰ ਸਾਧ ਸੰਗਤ ਮਲਾਰ ਮਾਲ, ਸਾਧ ਸੰਗਤ ਵਿੱਚ ਆ ਕੇ ਜਿਹੜੀ ਹੰਸਾਂ ਦੀ ਮਾਲਾ, ਹੰਸ ਰੂਪ ਗੁਰਸਿੱਖ ਇਕੱਠੇ ਹੋਏ ਸਾਧ ਸੰਗਤ ਦੇ ਵਿੱਚ, ਔਰ ਉਹ ਜਿਹੜੇ ਇਕੱਠੇ ਹੋਏ ਮਾਰ ਨਾ ਉਡਾਵਤ। ਕਹਿੰਦੇ ਮੈਂ ਜਿਵੇਂ ਕਾਵਾਂ ਦੀ ਹੰਸਾਂ ਦੀ ਸਭਾ ਵਿੱਚ ਕਾਉ ਆ ਗਿਆ ਤੇ ਉਹ ਮਾਰ ਕੇ ਉਹਨੂੰ ਉਡਾਉਂਦੇ ਨਹੀਂ। ਭਾਈ ਸਾਹਿਬ ਕਹਿੰਦੇ ਮੈਂ ਕਾਉ ਗੁਰਸਿੱਖਾਂ ਦੀ ਸਭਾ ਵਿੱਚ ਸੰਗਤ ਵਿੱਚ ਆ ਕੇ ਬੈਠ ਗਿਆ ਤੇ ਮੈਨੂੰ ਇਹਨਾਂ ਨੇ ਧੱਕੇ ਮਾਰ ਕੇ, ਝਿੜਕਾਂ ਮਾਰ ਕੇ ਉਠਾਇਆ ਨਹੀਂ, ਦਰਕਾਰਿਆ ਨਹੀਂ, ਭਜਾਇਆ ਨਹੀਂ। ਬਈ ਕਿਉਂ ਨਹੀਂ ਭਜਾਇਆ? ਭਾਈ ਗੁਰਦਾਸ ਸਾਹਿਬ ਕਹਿੰਦੇ ਗਾਵਤ ਗੁਰਬਾਨੀ ਹੈ,
ਮੈਂ ਸਿੱਖਾਂ ਦੀ ਸਭਾ ਵਿੱਚ ਬੈਠ ਕੇ ਗੁਰਬਾਣੀ ਗਾਇਨ ਕਰ ਰਿਹਾ ਸੀ ਤੇ ਗੁਰਬਾਣੀ ਗਾਇਨ ਕਰਦੇ ਨੂੰ ਗੁਰੂ ਕੇ ਸਿੱਖਾਂ ਨੇ, ਗੁਰੂ ਕੀ ਸਾਧ ਸੰਗਤ ਨੇ, ਹੈ ਤਾਂ ਮੈਂ ਕਾਉ ਵਰਗਾ ਸਾਂ, ਪਰ ਜਦੋਂ ਗੁਰਬਾਣੀ ਗਾਇਨ ਕੀਤੀ ਗਈ ਗੁਰ ਸੰਗਤ ਵਿੱਚ ਆ ਕੇ, ਕਹਿੰਦੇ ਮੈਨੂੰ ਮਾਰ ਕੇ ਭੁਜਾਇਆ ਨਾ, ਦੁਰਕਾਰਿਆ ਨਾ, ਔਰ ਬਾਣੀ ਪੜ੍ਹਦੇ ਨੂੰ। ਇਸ ਕਰਕੇ ਗੁਰੂ ਕੇ ਸਿੱਖਾ, ਤੇਰੇ ਅੰਦਰੋਂ ਆਵਾਜ਼ ਜਿਹੜੀ ਗੁਰਬਾਣੀ ਦੀ ਨਿਕਲੇ, ਸੰਗ ਤੇਰਾ ਸਾਧ ਸੰਗਤ ਦਾ ਹੋਵੇ, ਜੀਵਨ ਤੇਰਾ ਕਾਉ ਵਰਗਾ ਵੀ ਏ, ਕਰਤੂਤਾਂ ਤੇਰੀਆਂ ਜਿਹੜੀਆਂ ਨੇ ਉਹ ਇਹੋ ਜਿਹੀਆਂ ਵੀ ਹੋਣ, ਤੇ ਤੂੰ ਗੁਰੂ ਕੀ ਸੰਗਤ ਵਿੱਚ ਆਵੀਂ, ਗੁਰੂ ਦੇ ਗੁਣ ਗਾਵੀਂ। ਭਾਈ ਗੁਰਦਾਸ ਸਾਹਿਬ ਕਹਿੰਦੇ ਇੱਥੇ ਆ ਕੇ ਪਵਿੱਤਰ ਹੋ ਜਾਵੇਂਗਾ, ਪ੍ਰਵਾਨਿਤ ਹੋ ਜਾਵੇਂਗਾ, ਔਰ ਗੁਰੂ ਕੋਲ ਆਵੇਂਗਾ ਤਾਂ ਪ੍ਰਵਾਨਿਤ ਹੋ ਜਾਵੇਂਗਾ ਜੇ ਗੁਰੂ ਦੇ ਗੁਣ ਗਾਇਨ ਕਰੇਗਾ। ਅਗਲੇ ਕਵਿੱਤ ਦੇ ਦੁਆਰਾ ਭਾਈ ਸਾਹਿਬ ਕਿਰਪਾ ਕਰਦੇ, ਜੈਸੇ ਜਲ ਮਧ ਮੀਨ ਮਹਿਮਾਨਾ ਜਾਣੈ ਪੁੰਨ। ਭਾਈ ਗੁਰਦਾਸ ਸਾਹਿਬ ਕਹਿੰਦੇ ਜਿਹਦੇ ਕੋਲ ਵਸਤੂ ਹੋਵੇ ਨਾ ਤੇ ਹੋਵੇ ਬਹੁਤ ਜ਼ਿਆਦੀ, ਉਹਨੂੰ ਕਦਰ ਘੱਟ ਹੁੰਦੀ, ਕਦਰ। ਉਹ ਕਹਿੰਦਾ ਉਹਨੂੰ ਕੋਈ ਮਤਲਬ ਨਹੀਂ ਹੁੰਦਾ ਜਿੰਨੀ ਮਰਜ਼ੀ ਪਈ ਹੋਵੇ। ਭਾਈ ਗੁਰਦਾਸ ਸਾਹਿਬ ਕਹਿੰਦੇ ਪਾਣੀ ਦੇ ਮੱਧ ਵਿੱਚ ਮੱਛੀ ਰਹਿੰਦੀ, ਮੱਛੀ, ਉਹਨੂੰ ਪਾਣੀ ਦੀ ਕਦਰ ਨਹੀਂ ਕੋਈ। ਉਹ ਸਮਝਦੀ ਵੀ ਮੈਂ ਬੜੀ ਸਰਬੋਤਮ ਆ ਤੇ ਮੈਂ ਜਿਹੜੀ ਬੜੀਆਂ ਕਲੋਲਾਂ ਕਰਦੀ ਤੇ ਬੜੀ ਸਿਆਣੀ